ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕਈ ਗੁਰਮੁਖਾਂ ਦੇ ਜਿਹੜੇ ਸੀ ਇਹ ਮੈਸੇਜ ਆਏ ਆ, ਸਵਾਲ ਕਰਦੇ ਆ ਕਿ ਪਿਛਲੀ ਵੀਡੀਓ ਜਿਵੇਂ ਆਪ ਜੀਆਂ ਨੇ ਸਰਵਣ ਕੀਤੀ ਸੀ ਕਰਮ ਦੀ ਵਿਚਾਰ, ਸੋ ਹੁਣ ਸੰਗਤ ਦਾ ਹੁਕਮ ਹੋਇਆ ਕਿ ਰੱਬ ਦਾ ਜਿਹੜਾ ਕਾਨੂੰਨ ਹੈ ਉਹ ਕੀ ਚੀਜ਼ ਆ ਉਸ ਨੂੰ ਸਮਝਾਇਆ ਜਾਵੇ। ਪਰ ਸਾਧ ਸੰਗਤ ਜੀ, ਰੱਬ ਦਾ ਕਾਨੂੰਨ ਸਮਝਣ ਤੋਂ ਪਹਿਲਾਂ ਜ਼ਰੂਰੀ ਆ ਕਿ ਰੱਬ ਕੀ ਚੀਜ਼ ਆ ਇਸ ਵਿਸ਼ੇ ਨੂੰ ਪਹਿਲਾਂ ਖੋਲ੍ਹਿਆ ਜਾਵੇ ਅਤੇ ਵਿਚਾਰਿਆ ਜਾਵੇ। ਸੋ ਅੱਜ ਆਪਣਾ ਵਿਸ਼ਾ ਹੈ ਰੱਬ ਕੀ ਚੀਜ਼ ਹੈ। ਸੋ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਭਾਈ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਅਤੇ ਸੁਣਿਓ। ਜਿੰਨਾ ਚਿਰ ਆਪਾਂ ਗੱਲ ਨੂੰ ਪੂਰੀ ਤਰ੍ਹਾਂ ਸੁਣਦੇ ਜਾਂ ਸਮਝਦੇ ਨਹੀਂ, ਉਨਾ ਚਿਰ ਜਿਹੜੀ ਗੱਲ ਆ ਉਹ ਸਾਡੀ ਸਮਝ ਵਿੱਚ ਨਹੀਂ ਆਉਣੀ। ਸੋ ਇਸ ਵਾਸਤੇ ਬੇਨਤੀ ਹੈ ਕਿ ਭਾਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ। ਸੋ ਵਿਚਾਰ ਸ਼ੁਰੂ ਕਰਦੇ ਹਾਂ ਕਿ ਰੱਬ ਕੀ ਚੀਜ਼ ਹੈ। ਇਹ ਹਰ ਇੱਕ ਬੰਦੇ ਦਾ ਹੀ ਸਵਾਲ ਹੈ। ਹਰ ਇੱਕ ਬੰਦੇ ਦੇ ਮਨ ਦੇ ਵਿੱਚ ਹੀ ਵਿਚਾਰ ਉੱਠਦਾ ਹੈ, ਖਿਆਲ ਆਉਂਦਾ ਹੈ ਕਿ ਆਖਿਰ ਰੱਬ ਹੈ ਕੀ ਚੀਜ਼। ਬੜੇ ਸਵਾਲ ਨੇ ਜਿਹੜੇ ਹਰ ਮਨੁੱਖ ਦੇ ਅੰਦਰ ਹੀ ਜਿਹੜੇ ਇਹ ਪੈਦਾ ਹੁੰਦੇ ਆ ਮਨ ਦੇ ਵਿੱਚ ਕਿ ਰੱਬ ਕੀ ਚੀਜ਼ ਆ, ਰੱਬ ਕਿੱਥੋਂ ਆਇਆ, ਰੱਬ ਨੇ ਦੁਨੀਆ ਕਿਉਂ ਬਣਾਈ, ਰੱਬ ਨੇ ਸਾਨੂੰ ਕਿਉਂ ਬਣਾਇਆ, ਸਾਨੂੰ ਕੀ ਕਰਨਾ ਚਾਹੀਦਾ, ਦੁਨੀਆ ਬਣਾਉਣ ਪਿੱਛੇ ਰੱਬ ਦਾ ਕੀ ਮਕਸਦ ਆ, ਰੱਬ ਰਹਿੰਦਾ ਕਿੱਥੇ ਆ, ਰੱਬ ਕਰਦਾ ਕੀ ਹੈ। ਬੜੇ ਐਸੇ ਸਵਾਲ ਨੇ। ਸੋ ਇਸ ਵਿਚਾਰ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਆ ਉਹ ਆਪਾਂ ਇਹ ਸਮਝਣੀ ਆ ਕਿ ਰੱਬ ਕੋਈ ਵਸਤੂ ਨਹੀਂ। ਰੱਬ ਇੱਕ ਸ਼ਕਤੀ ਆ, ਉਹ ਵਿਅਕਤੀ ਨਹੀਂ। ਜਿਵੇਂ ਅਸੀਂ ਮਨੁੱਖ ਹਾਂ, ਰੱਬ ਇੱਕ ਸ਼ਕਤੀ ਆ, ਉਹ ਵਿਅਕਤੀ ਨਹੀਂ। ਰੱਬ ਇੱਕ ਜੋਤ ਹੈ, ਰੱਬ ਇੱਕ ਪ੍ਰਕਾਸ਼ ਹੈ, ਰੱਬ ਇੱਕ ਗਿਆਨ ਹੈ। ਇਸ ਵਾਸਤੇ ਗੁਰਬਾਣੀ ਦੇ ਵਿੱਚ ਵੀ ਪਾਤਸ਼ਾਹ ਜੀ ਕਥਨ ਕਰਦੇ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ। ਅਤੇ ਗੁਰਬਾਣੀ 'ਚ ਸਾਨੂੰ ਸਤਿਗੁਰੂ ਜੀ ਵੀ ਪ੍ਰੇਰਨਾ ਕਰਦੇ ਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਉਸ ਜੋਤ ਦਾ ਹੀ ਅੰਸ਼ ਹਾਂ, ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੇ ਨ ਮੰਸ। ਸੋ ਉਹ ਜਿਹੜੀ ਜੋਤ ਹੈ, ਜਿਹਨੂੰ ਪਰਮ ਜੋਤ ਆਖਿਆ, ਪਰਮਾਤਮਾ ਆਖਿਆ, ਉਸ ਦਾ ਜਿਹੜਾ ਪ੍ਰਕਾਸ਼ ਹੈ ਸਾਧ ਸੰਗਤ ਜੀ, ਉਹ ਆਪਣੇ ਆਪ ਤੋਂ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਕਥਨ ਕਰਦੇ ਆ, ਜਪਜੀ ਸਾਹਿਬ ਦੇ ਵਿੱਚ ਹੀ ਮਹਾਰਾਜ ਕਹਿੰਦੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਆਪਣੇ ਆਪ ਤੋਂ ਹੈ। ਅਤੇ ਪੁਰਾਣਾਂ ਦੇ ਵਿੱਚ ਵੀ ਉਹਦਾ ਨਾਂ ਜਿਹੜਾ ਸਵੈੰਭੂ ਹੋਇਆ, ਸਵੈੰਭੂ ਦਾ ਭਾਵ ਆਪਣੇ ਆਪ ਤੋਂ। ਪਰਮਾਤਮਾ ਦਾ ਜਿਹੜਾ ਪ੍ਰਕਾਸ਼ ਹੈ ਉਹ ਆਪਣੇ ਆਪ ਤੋਂ ਹੋਇਆ ਹੈ। ਵੇਦਾਂ ਦੇ ਵਿੱਚ ਵੀ ਇਸ ਤਰ੍ਹਾਂ, ਸ਼ਾਸਤਰਾਂ ਦੇ ਵਿੱਚ, ਉਪਨਿਸ਼ਦਾਂ ਦੇ ਵਿੱਚ ਵੀ ਇਹੋ ਹੀ ਹੈ ਕਿ ਜਦੋਂ ਪਰਮਾਤਮਾ ਨੇ ਚਾਹਿਆ ਕਿ ਮੈਂ ਇੱਕ ਤੋਂ ਅਨੇਕ ਰੂਪ ਹੋ ਜਾਵਾਂ, ਅਤੇ ਫਿਰ ਪਰਮਾਤਮਾ ਜਿਹੜਾ ਸੀ ਉਹਨੇ ਆਪਣੇ ਆਪ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਦੀ ਜਿਹੜੀ ਉਹ ਸਾਜਨਾ ਕਰ ਦਿੱਤੀ। ਜਿਵੇਂ ਕਿ ਆਸਾ ਦੀ ਵਾਰ ਦੇ ਵਿੱਚ ਵੀ ਸਤਿਗੁਰੂ ਜੀ ਕਥਨ ਕਰਦੇ ਆ, ਆਪੀ ਨੇ ਆਪ ਸਾਜਿਓ, ਆਪੀ ਨੇ ਰੱਖਿਓ ਨਾਓ, ਦੋਏ ਕੁਦਰਤ ਸਾਜੀਏ, ਕਰ ਆਸਨ ਡਿੱਠਾ ਚਾਓ। ਸੋ ਉਹ ਪਰਮਾਤਮਾ ਨੇ ਸਾਧ ਸੰਗਤ ਜੀ ਜਦੋਂ ਉਹਨੂੰ ਚਾਹਿਆ ਕਿ ਮੈਂ ਇੱਕ ਤੋਂ ਅਨੇਕਾਂ ਰੂਪ ਹੋ ਜਾਵਾਂ, ਜਾ ਤਿਸ ਭਾਇਆ ਤਾਂ ਜਗਤ ਉਪਾਇਆ। ਜਦੋਂ ਵਾਹਿਗੁਰੂ ਨੂੰ ਚਾਹਿਆ ਕਿ ਜਿਹੜੀ ਚਾਹੁਣ ਵਾਲੀ ਇੱਛਾ ਦਾ ਨਾਮ ਹੀ ਸਾਧ ਸੰਗਤ ਜੀ ਮਾਇਆ ਹੈ, ਅਤੇ ਉਸ ਮਾਇਆ ਤੋਂ ਇਹ ਸਾਰਾ ਸੰਸਾਰ ਬਣਿਆ, ਜਿਹਨੂੰ ਮਹਾਰਾਜ ਨੇ ਕਥਨ ਕੀਤਾ, ਏਕਾ ਮਾਈ ਜੁਗਤ ਵਿਆਈ। ਉਹ ਪਰਮਾਤਮਾ ਆਪਣੀ ਜੁਗਤੀ ਨਾਲ ਕਹਿ ਲਓ, ਮਾਇਆ ਨਾਲ ਕਹਿ ਲਓ, ਉਹ ਸਾਰੇ ਜਿਹੜਾ ਵਿਕਸਿਤ ਹੋ ਗਿਆ। ਇੰਝ ਵੀ ਕਹਿ ਸਕਦੇ ਹਾਂ ਵੀ ਪਰਮਾਤਮਾ ਨੇ ਇਹ ਜਿਹੜੀ ਤਿੰਨ ਗੁਣਾਂ ਤੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ ਆ। ਇਹ ਵੀ ਗੁਰਬਾਣੀ ਵਿੱਚ ਵਾਕ ਆਉਂਦੇ ਆ। ਪਾਤਸ਼ਾਹ ਜੀ ਕਥਨ ਕਰਦੇ, ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰੇ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਸੋ ਇਸ ਵਿਚਾਰ ਨੂੰ ਸਮਝਣ ਵਾਸਤੇ ਸਾਨੂੰ ਭਾਈ ਨੰਦ ਲਾਲ ਦੀਆਂ ਜਿਹੜੀਆਂ
ਸਾਧ ਸੰਗਤ ਜੀ ਵਿਚਾਰ ਆ, ਉਹਦੇ ਵਿੱਚ ਰਹਿਤਨਾਮੇ ਦੇ ਵਿੱਚ ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਜਿਹੜਾ ਇਸ ਚੀਜ਼ ਦਾ ਜਵਾਬ ਦਿੱਤਾ ਆ। ਜਿਵੇਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਜੋ ਵੀ ਉਹਨਾਂ ਦੀ ਵਾਰਤਾਲਾਪ ਹੋਈ, ਉਹਨਾਂ ਨੇ ਆਪਣੀ ਕਲਮ ਦੇ ਦੁਆਰਾ ਜਿਹੜਾ ਉਹਨਾਂ ਬਚਨਾਂ ਨੂੰ ਕਲਮਬੰਦ ਕੀਤਾ ਰਹਿਤਨਾਮਿਆਂ ਦੇ ਵਿੱਚ। ਉਹਦੇ ਵਿੱਚ ਜਿਵੇਂ ਕਹਿ ਲਓ ਵੀ ਜਗਿਆਸੂ ਬਣ ਕੇ ਭਾਈ ਸਾਹਿਬ ਗੁਰੂ ਸਾਹਿਬ ਨੂੰ ਸਵਾਲ ਕਰਦੇ ਆ ਅਤੇ ਗੁਰੂ ਸਾਹਿਬ ਫਿਰ ਉਹਦਾ ਉੱਤਰ ਦਿੰਦੇ, ਜਵਾਬ ਦਿੰਦੇ ਆ। ਭਾਈ ਸਾਹਿਬ ਜੀਆਂ ਨੇ ਜਿਵੇਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰਕੇ ਦੱਸੋ ਆਪ ਜੀ ਦੇ ਕਿੰਨੇ ਸਰੂਪ ਆ, ਅਤੇ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਆ, ਤੀਨ ਰੂਪ ਹੈ ਮੋਹੇ ਕੋ ਸੁਣਹੁ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋਂ ਤੋਹੇ ਸਮਝਾਏ। ਸਤਿਗੁਰੂ ਜੀ ਕਥਨ ਕਰਦੇ ਆ ਕਿ ਮੇਰੇ ਨੰਦ ਲਾਲ 3 ਸਰੂਪ ਨੇ। ਪਹਿਲਾ ਸਰੂਪ ਮੇਰਾ ਨਿਰਗੁਣ ਆ, ਦੂਜਾ ਸਰਗੁਣ ਆ ਅਤੇ ਤੀਜਾ ਗੁਰ ਸ਼ਬਦ ਆ। ਅਤੇ ਅੱਗੇ ਪਾਤਸ਼ਾਹ ਜੀ ਕਥਨ ਕਰਦੇ ਆ, ਜਵਾਬ ਦਿੰਦੇ, ਉੱਤਰ ਦਿੰਦੇ। ਮਹਾਰਾਜ ਕਹਿੰਦੇ ਏਕ ਰੂਪ ਤਿਹ ਗੁਣ ਤੇ ਪਰੈ, ਨੇਤ ਨੇਤ ਜਿਹ ਨਿਗਮ ਉਚਰੈ। ਮਹਾਰਾਜ ਕਹਿੰਦੇ ਨੰਦ ਲਾਲ ਮੇਰੇ 3 ਸਰੂਪ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਸਰੂਪ ਮੇਰਾ ਉਹ ਆ ਜਿਹੜਾ 3 ਗੁਣਾਂ ਤੋਂ ਪਰੇ ਹੈ, ਜਿਹਨੂੰ ਤ੍ਰੈਗੁਣ ਅਤੀਤ ਵੀ ਆਖਦੇ। ਜਿਹੜਾ ਤ੍ਰੈਗੁਣ ਅਤੀਤ ਸਰੂਪ ਆ ਉਹ ਹੈ ਪਰਮਾਤਮਾ ਦਾ ਸਰੂਪ ਆ, ਜਿਹਨੂੰ ਮਹਾਰਾਜ ਕਹਿੰਦੇ ਪਰੇ ਹੀ ਤੇ ਪਰੇ ਅਪਰ ਅਪਾਰ, ਪਰ ਜਿਹਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਜਿਹਨੂੰ ਮਹਾਰਾਜ ਨੇ ਕਥਨ ਕੀਤਾ ਰੂਪ ਨ ਰੇਖ ਨ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਗੁਰੂ ਸਾਹਿਬ ਹੋਰ ਵੀ ਬੇਅੰਤ ਬਚਨਾਂ ਰਾਹੀਂ ਸਾਨੂੰ ਸਮਝਾਉਂਦੇ ਆ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ। ਅਤੇ ਰਹਿ ਰਾਸ ਦੇ ਵਿੱਚ ਵੀ ਸਤਿਗੁਰੂ ਜੀ ਕਥਨ ਕਰਦੇ ਆ, ਜਿਸ ਨੂੰ ਤੂੰ ਜਾਣੈ ਸੋਈ ਜਨ ਜਾਣੈ। ਜਿਹਨੂੰ ਅਕਾਲ ਪੁਰਖ ਵਾਹਿਗੁਰੂ ਆਪਣਾ ਸਰੂਪ ਜਿਹੜਾ ਬੁਝਾ ਦੇਵੇ ਅਤੇ ਸਾਧ ਸੰਗੀ ਉਹੀ ਬੁੱਝ ਸਕਦਾ ਹੈ। ਹੋਰ ਕੋਈ ਵੀ ਪਰਮਾਤਮਾ ਨੂੰ ਸਾਧ ਸੰਗਤ ਜੀ ਪਛਾਣ ਨਹੀਂ ਸਕਦਾ। ਜੇ ਉਹਦੀ ਕਿਰਪਾ ਹੋਵੇ, ਉਹ ਆਪ ਕਿਰਪਾ ਕਰੇ ਅਤੇ ਫਿਰ ਜਿਹੜਾ ਜੀਵ ਉਹਨੂੰ ਜਾਣ ਸਕਦਾ, ਬੁੱਝ ਸਕਦਾ। ਜੇ ਜਾਣ ਵੀ ਲਵੇ, ਬੁੱਝ ਵੀ ਲਵੇ, ਪਰ ਫਿਰ ਵੀ ਕਿਸੇ ਨੂੰ ਉਹ ਪਰਮਾਤਮਾ ਦਾ ਸਰੂਪ ਕਥਨ ਕਰਕੇ, ਉਚਾਰ ਕੇ, ਅੱਖਰਾਂ ਦੇ ਨਾਲ ਬੋਲ ਕੇ ਕਥਨ ਨਹੀਂ ਕਰ ਸਕਦਾ, ਕਿਉਂਕਿ ਉਹ ਕਹਿਣ ਕਥਨ ਤੋਂ ਪਰੇ ਹੈ। ਇਸੇ ਕਰਕੇ ਉਹਨੂੰ ਅਕਥ ਵੀ ਕਹਿੰਦੇ ਆ। ਸੋ ਸਤਿਗੁਰੂ ਜੀ ਕਹਿੰਦੇ ਕਿ ਨੰਦ ਲਾਲ ਮੇਰਾ ਜਿਹੜਾ ਸਰੂਪ ਆ ਤ੍ਰੈਗੁਣ ਅਤੀਤ ਹੈ, ਪਰੇ ਹੈ। ਜਿਹਨੂੰ ਸਤਿਗੁਰਾਂ ਨੇ ਸਹਿਭੰਗ ਲਿਖਿਆ ਸੁੱਤੇ ਪ੍ਰਕਾਸ਼। ਅਤੇ ਪ੍ਰਕਾਸ਼ ਦਾ ਅਰਥ ਸਾਧ ਸੰਗਤ ਜੀ ਚਾਨਣਾ ਵੀ ਕਹਿ ਸਕਦੇ ਹਾਂ, ਗਿਆਨ ਵੀ ਕਹਿ ਸਕਦੇ ਹਾਂ, ਕਿਉਂਕਿ ਗੁਰੂ ਵੀ ਗਿਆਨ ਹੈ। ਉਹੀ ਪਰਮਾਤਮਾ ਨਿਰਗੁਣ ਤੋਂ ਸਰਗੁਣ ਰੂਪ ਹੋ ਜਾਂਦਾ, ਸਰਗੁਣ ਤੋਂ ਰੂਪ ਧਾਰ ਕੇ ਫਿਰ ਇਸੇ ਤਰ੍ਹਾਂ ਹੀ ਉਹ ਆਪਣੀ ਸ਼ਕਲ ਸੂਰਤ ਆਕਾਰ ਦੇ ਵਿੱਚ ਆ ਜਾਂਦਾ, ਜਿਵੇਂ ਅਵਤਾਰਾਂ ਦੇ ਰੂਪ ਦੇ ਵਿੱਚ ਆ ਜਾਂਦਾ। ਦੇਵੀ ਦੇਵਤੇ ਕਹਿ ਲਓ, ਜੋ ਵੀ ਸੰਤ ਮਹਾਤਮਾ ਸੰਸਾਰ 'ਤੇ ਆਉਂਦੇ ਸੋਝੀ ਦਿੰਦੇ ਆ, ਜਿਹਨੂੰ ਆਪਾਂ ਰੱਬ ਰੂਪ ਕਹਿ ਦਿੰਦੇ। ਇਸੇ ਕਰਕੇ ਮਹਾਰਾਜ ਨੇ ਗੁਰਬਾਣੀ ਅੰਦਰ ਲਿਖਿਆ, ਸਾਧ ਰੂਪ ਆਪਣਾ ਤਨ ਧਾਰਿਆ, ਗਰਭ ਅਗਨ ਤੇ ਜਿਨਹਿ ਉਬਾਰਿਆ। ਇਹ ਸੰਸਾਰ ਨੂੰ ਭਵ ਸਾਗਰ ਦੇ ਵਿੱਚੋਂ ਕੱਢਣ ਵਾਸਤੇ ਹੀ ਜਿਹੜਾ ਪਰਮਾਤਮਾ ਨਿਤ ਅਵਤਾਰ ਸੰਤ ਰੂਪ ਧਾਰਦਾ। ਪਰ ਮਹਾਰਾਜ ਨੇ ਇੱਥੋਂ ਤੱਕ ਵੀ ਕਥਨ ਕਰ ਦਿੱਤਾ ਕਿ ਅਵਤਾਰ ਨਾ ਜਾਣਹਿ ਅੰਤ, ਪ੍ਰਾਤਮਾ ਪਾਰ ਬ੍ਰਹਮ ਬੇਅੰਤ। ਦੇਵੀਆਂ ਨਹੀਂ ਜਾਣੈ ਮਰਮ ਸਭ ਉੱਪਰ ਅਲਖ ਪਾਰ ਬ੍ਰਹਮ, ਬ੍ਰਹਮਾ ਨਹੀਂ ਜਾਣੈ ਭੇਵ ਖੋਜ ਤੁਹਾਰੇ ਦੇਵ। ਇਹ ਇਸ ਵਾਸਤੇ ਉਹ ਪਰਮਾਤਮਾ ਦਾ ਕੋਈ ਆਦਿ ਅੰਤ ਨਹੀਂ, ਕੋਈ ਨਹੀਂ ਜਾਣਦਾ। ਸੋ ਗੁਰਬਾਣੀ ਵਿੱਚ ਵੀ ਮਹਾਰਾਜ ਇਹੀ ਕਥਨ ਕਰਦੇ ਆ ਕਿ ਉਸ ਪਰਮਾਤਮਾ ਦਾ ਕੋਈ ਆਦਿ ਅੰਤ ਨਹੀਂ ਗਾ। ਭਗਤ ਕਬੀਰ ਸਾਹਿਬ ਜੀ ਵੀ ਕਥਨ ਕਰਦੇ ਆ, ਜਦੋਂ ਉਹਨਾਂ ਦੀ ਪੰਡਤਾਂ ਦੇ ਨਾਲ ਵਾਰਤਾਲਾਪ ਹੋਈ, ਉਹਨਾਂ ਨੇ ਪੁੱਛਿਆ ਕਿ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਪਰ ਉੱਥੇ ਫਿਰ ਭਗਤ ਜੀ ਕਥਨ ਕਰਦੇ ਕਿ ਨਹੀਂ ਭਾਈ, ਬ੍ਰਹਮਾ ਵੱਡਾ ਕੇ ਜਾ ਸਿਉ ਪਾਇਆ। ਕਹਿੰਦੇ ਵੇਦ ਵੱਡਾ ਕੇ ਜਹਾਂ 'ਤੇ ਆਇਆ, ਤੀਰਥ ਵੱਡਾ ਕੇ ਹਰ ਕਾ ਦਾਸ। ਸੋ ਇਹ ਵਿਚਾਰ ਨੂੰ ਸਮਝਣ ਦੀ ਲੋੜ ਹੈ। ਵੱਡਾ ਉਹ ਆ ਜਿਹੜਾ ਬਣਾਉਣ ਵਾਲਾ, ਪੈਦਾ ਕਰਨ ਵਾਲਾ। ਜਿਹੜਾ ਪੈਦਾ ਹੋਇਆ ਉਹ ਵੱਡਾ ਨਹੀਂ ਹੋ ਸਕਦਾ।
ਉਸ ਪਰਮਾਤਮਾ ਨੇ ਸਾਧ ਸੰਗਤ ਜੀ ਬ੍ਰਹਮਾ ਵਿਸ਼ਨੂੰ ਮਹੇਸ਼ ਬਣਾਏ, ਮਾਇਆ ਦੀ ਪੈਦਾਵਾਰ ਕੀਤੀ, ਜਿਹਨੂੰ ਅਸੀਂ ਕੁਦਰਤ ਆਖਦੇ ਮਾਇਆ ਕਹਿੰਦੇ। ਉਸ ਮਾਇਆ ਨੇ ਅੱਗੇ ਜਿਹੜੇ ਇਹ ਤਿੰਨ ਗੁਣ ਸ਼ਿਵ ਜੀ ਬ੍ਰਹਮਾ ਮਹੇਸ਼ ਕਹਿ ਲਓ, ਜਾਂ ਇਹਨਾਂ ਨੂੰ ਰਜਗੁਣ ਤਮ ਗੁਣ ਸਤਗੁਣ ਕਹਿ ਲਓ, ਜਾਂ ਇਹਨਾਂ ਨੂੰ ਪੌਣ ਪਾਣੀ ਅਤੇ ਅਗਨੀ ਕਹਿ ਸਕਦੇ। ਪੌਣ ਪਾਣੀ ਅਗਨੀ ਤਿੰਨ ਕੀਆ, ਬ੍ਰਹਮਾ ਵਿਸ਼ਨ ਮਹੇਸ਼ ਆਕਾਰ। ਉਸ ਪਰਮਾਤਮਾ ਨੇ ਸਭ ਕੁਝ ਕੀਤਾ। ਜਲ ਅਗਨੀ ਪਵਨੈ ਫਨ ਤ੍ਰੈ ਮਿਲ ਜਗਤ ਉਪਾਇਆ। ਇਹ ਸਭ ਉਸ ਪਰਮਾਤਮਾ ਨੇ ਸਭ ਕੁਝ ਪੈਦਾ ਕੀਤਾ। ਉਸੇ ਦਾ ਨਾਂ ਹੀ ਸਾਧ ਸੰਗਤ ਜੀ ਜਿਹਨੂੰ ਮਹਾਰਾਜ ਕਹਿ ਰਿਹਾ ਭਾਈ ਨੰਦ ਲਾਲ ਨੂੰ ਕਿ ਉਸ ਦਾ ਜਿਹੜਾ ਸਰੂਪ, ਉਹ ਜਿਹੜਾ ਸਰੂਪ ਆ ਮੇਰਾ, ਉਹ ਹੈ ਨਿਰਗੁਣ, ਗੁਣਾਂ ਤੋਂ ਰਹਿਤ ਹੈ। ਜਿਹਨੂੰ ਨਿਰਾਕਾਰ ਆਖਿਆ, ਉਹ ਆਕਾਰ ਤੋਂ ਰਹਿਤ ਹੈ, ਉਹਦਾ ਕੋਈ ਵੀ ਰੂਪ ਰੰਗ ਆਕਾਰ ਨਹੀਂ। ਸੋ ਉਹ ਸਾਧ ਸੰਗਤ ਜੀ ਪ੍ਰਕਾਸ਼ ਸਰੂਪ ਹੈ। ਅੱਗੇ ਪਾਤਸ਼ਾਹ ਜੀ ਕਥਨ ਕਰਦੇ ਹੈ ਕਿ ਦੂਸਰ ਰੂਪ ਗ੍ਰੰਥ ਜੀ ਜਾਨ, ਦੂਸਰ ਰੂਪ ਗ੍ਰੰਥ ਜੀ ਮਾਨ, ਤਾਂ ਮੈਂ ਭੇਦਨ ਰੰਚਕ ਜਾਨ। ਕਹਿੰਦੇ ਦੂਜਾ ਜਿਹੜਾ ਰੂਪ ਆ ਮੇਰਾ, ਉਹ ਗੁਰੂ ਗ੍ਰੰਥ ਜਿਹਨੂੰ ਅਸੀਂ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ। ਉਦੋਂ ਤਾਂ ਗ੍ਰੰਥ ਹੀ ਸੀ, ਗੁਰਤਾ ਗੱਦੀ ਤੇ ਮਹਾਰਾਜ ਨੇ ਬਾਅਦ ਵਿੱਚ ਦਿੱਤੀ। ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜਾ ਮੇਰਾ ਦੂਜਾ ਰੂਪ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਹਨ। ਇਹਨਾਂ ਦੇ ਵਿੱਚ ਅਤੇ ਮੇਰੇ ਵਿੱਚ ਕੋਈ ਭੇਦ ਨਹੀਂ। ਅਤੇ ਤੀਸਰਾ ਜਿਹੜਾ ਮੇਰਾ ਰੂਪ ਆ ਉਹ ਤੀਸੋ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਜਹ ਨਿਸਪੋਰ। ਕਹਿੰਦੇ ਜਿਹੜੇ ਦਿਨ ਰਾਤ ਹੀ ਨਾਮ ਬਾਣੀ ਦੇ ਵਿੱਚ ਰੱਤੇ ਹੋਏ ਉਹ ਮੇਰੇ ਸਿੱਖ ਨੇ, ਉਹਨਾਂ ਦੇ ਵਿੱਚ ਅਤੇ ਮੇਰੇ ਵਿੱਚ ਕੋਈ ਭੇਦ ਨਹੀਂ। ਤਾਂ ਹੀ ਤਾਂ ਮਹਾਰਾਜ ਨੇ ਕਥਨ ਕੀਤਾ, ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਲ ਹੀ ਬਿਖੈ ਸਮਾਹੇ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਖਾਲਸਾ ਰੂਪ ਮੇਰੋ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਹੁਣ ਸਾਧ ਸੰਗਤ ਜੀ ਪਰਮਾਤਮਾ ਜਿਹੜਾ ਹੈ ਉਹ ਸ਼ਕਤੀ ਹੈ, ਵਿਅਕਤੀ ਨਹੀਂ। ਇਸ ਕਰਕੇ ਪਰਮਾਤਮਾ ਦੇ ਜਿਹੜੇ ਗੁਣ ਹੈ, ਪਰਮਾਤਮਾ ਨੂੰ ਗੁਣਾਂ ਕਰਕੇ ਹੀ ਉਹਦੀ ਪਰਮਾਤਮਾ ਦੀ ਸਾਰੀ ਦੁਨੀਆ ਜਿਹੜੀ ਸ੍ਰਿਸ਼ਟੀ ਹੈ ਉਹ ਪੂਜਾ ਕਰਦੀ ਹੈ। ਇਸੇ ਕਰਕੇ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਗਣਿਤ ਭਾਸ਼ਾ ਅਨੁਸਾਰ ਪਹਿਲਾਂ ਇੱਕ ਲਿਖਿਆ ਕਿ ਉਹ ਪਰਮਾਤਮਾ ਇੱਕ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਜਿਹੜੀ ਸ਼ੁਰੂਆਤ ਹੈ ਸਭ ਤੋਂ ਪਹਿਲਾਂ ਇੱਕ ਲਿਖਿਆ ਹੈ। ਇਹ ਸ੍ਰਿਸ਼ਟੀ ਤੋਂ ਪਹਿਲਾਂ ਪਰਮਾਤਮਾ ਹੀ ਸੀ ਅਤੇ ਸ੍ਰਿਸ਼ਟੀ ਦੇ ਵਿੱਚ ਵੀ ਪਰਮਾਤਮਾ, ਸ੍ਰਿਸ਼ਟੀ ਦੇ ਖਤਮ ਹੋਣ ਤੋਂ ਬਾਅਦ ਵੀ ਪਰਮਾਤਮਾ ਹੀ ਰਹੇਗਾ। ਇਸੇ ਕਰਕੇ ਉਹ ਆਦਿ ਵੀ ਸੱਚ ਆ, ਜੁਗਾਦ ਵੀ ਸੱਚ ਆ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਮਹਾਰਾਜ ਕਹਿੰਦੇ ਉਹਦਾ ਕੋਈ ਮਾਂ ਪਿਓ ਨਹੀਂ, ਨਾ ਤਿਸ ਮਾਈ ਨ ਬਾਪ ਕਿਨ ਤੂੰ ਜਾਇਆ। ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਨਾ ਕੋਈ ਤੇਰਾ ਮਾਤਾ ਪਿਤਾ ਜਿਹਨੇ ਤੈਨੂੰ ਪੈਦਾ ਕੀਤਾ ਹੋਵੇ, ਅਤੇ ਨਾ ਹੀ ਕੋਈ ਤੇਰਾ ਗੁਰੂ ਆ, ਕਿਉਂਕਿ ਜਿਹੜਾ ਵੀ ਸੰਸਾਰ 'ਤੇ ਕੋਈ ਗੁਰੂ ਹੁੰਦਾ ਉਹਦਾ ਅੱਗੇ ਫਿਰ ਕੋਈ ਗੁਰੂ ਹੁੰਦਾ। ਇਸੇ ਕਰਕੇ ਮਹਾਰਾਜ ਕਹਿੰਦੇ ਥਾਪਿਆ ਨਾ ਜਾਏ। ਉਹ ਰੱਬ ਕਿਸੇ ਦਾ ਥਾਪਿਆ ਹੋਇਆ ਨਹੀਂ, ਉਹ ਨਿਰਾ ਆਸਰਾ, ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ। ਇਸੇ ਕਰਕੇ ਮਹਾਰਾਜ ਨੇ ਜਿਹੜਾ ਜਪਜੀ ਸਾਹਿਬ ਦੇ ਵਿੱਚ ਮੂਲ ਮੰਤਰ ਦੇ ਰੂਪ ਵਿੱਚ ਪਰਮਾਤਮਾ ਦਾ ਮੰਗਲ ਕੀਤਾ, ਉਹਦਾ ਸਰੂਪ ਬਿਆਨ ਕੀਤਾ, ਉਸੇ ਚੀਜ਼ ਨੂੰ ਹੀ 10ਵੇਂ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਜਾਪ ਸਾਹਿਬ ਦੇ ਵਿੱਚ ਵਰਣਨ ਕੀਤਾ। ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਮਹਾਰਾਜ ਕਹਿੰਦੇ ਆ ਵੀ ਪਰਮਾਤਮਾ ਦੇ ਜਿਹੜੇ ਗੁਣ ਵੇਖ ਕੇ ਲੋਕਾਂ ਨੇ ਉਹਦਾ ਨਾਮ ਰੱਖ ਦਿੱਤਾ, ਪਰ ਜਿਹੜਾ ਸਤਨਾਮ ਮਹਾਰਾਜ ਕਹਿੰਦੇ ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ, ਸਤਨਾਮ ਤੇਰਾ ਭਰਾ ਪੂਰਬਲਾ। ਸਤਨਾਮ ਪਰਮਾਤਮਾ ਦਾ ਹੀ ਨਾਮ ਹੈ। ਇਹ ਆਦਿ ਕਾਲ ਤੋਂ ਜਿਹੜਾ ਨਾਮ ਦੇ ਨਾਲ ਹੀ ਦੁਨੀਆ ਉਹਨੂੰ ਮੰਨਦੀ ਪੂਜਦੀ ਸੀ। ਇਸ ਵਾਸਤੇ ਪਰਮਾਤਮਾ ਜਿਹੜਾ ਅਨਾਦਿ ਹੈ। ਅਤੇ ਹੁਣ ਸਵਾਲ ਪੈਦਾ ਹੋ ਜਾਂਦਾ ਕਿ ਔਰ ਜਿਹੜਾ ਆਪਾਂ ਇਹ ਚੀਜ਼ ਨੂੰ ਸਮਝ ਲਿਆ ਵੀ ਪਰਮਾਤਮਾ ਇੱਕ ਜੋਤ ਆ, ਪ੍ਰਕਾਸ਼ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਪਰਮਾਤਮਾ ਤੋਂ ਬਿਨਾਂ ਕੁਝ ਵੀ ਨਹੀਂ। ਇਹ ਸੰਸਾਰ ਦੀ ਹੋਂਦ ਜਿਹੜੀ ਆ ਰੱਬ ਕਰਕੇ ਹੀ ਆ। ਜੇ ਰੱਬ ਨਾ ਹੋਵੇ ਤਾਂ ਸੰਸਾਰ ਦੀ ਵੀ ਹੋਂਦ ਨਹੀਂ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਇਹ ਹੈ ਜੱਗ ਸੱਚੇ ਕੀ ਕੋਠੜੀ, ਸੱਚੇ ਕਾ ਵਿੱਚ ਵਾਸ। ਕਿਉਂਕਿ ਇਹਦੇ ਵਿੱਚ ਸੱਚੇ ਦਾ ਵਾਸਾ। ਇਹ ਸਰੀਰ ਤਾਂ ਝੂਠਾ ਹੈ, ਇਹ ਤਾਂ ਨਹੀਂ ਰਹਿਣ ਵਾਲਾ। ਇਹਨੂੰ ਤਾਂ ਮਹਾਰਾਜ ਨੇ ਕਥਨ ਕੀਤਾ ਜੋ ਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ, ਕਿ ਸੰਸਾਰ ਦੇ ਵਿੱਚ ਜੋ ਚੀਜ਼ ਪੈਦਾ ਹੋਈ ਆ ਅਤੇ ਉਹਦਾ ਅੰਤ ਵੀ ਨਿਸ਼ਚਿਤ ਆ। ਪਰ ਪਰਮਾਤਮਾ ਜੋ ਇੱਕ ਹੈ, ਸਤ ਹੈ, ਅਜੂਨੀ ਸੈਭੰ। ਪਰਮਾਤਮਾ ਇੱਕ ਹੈ
ਤੇ ਉਹ ਸੱਤ ਹੈ। ਸੱਤ ਤੋਂ ਭਾਵ ਸਾਧ ਸੰਗਤ ਜੀ ਕਿ ਰੱਬ ਕਦੇ ਵੀ ਬਦਲਦਾ ਨਹੀਂ। ਜਿਵੇਂ ਦਿਨ ਬਦਲਦੇ ਆ, ਰੁੱਤਾਂ ਬਦਲਦੀਆਂ, ਮਹੀਨੇ ਬਦਲਦੇ, ਸਾਲ ਬਦਲਦੇ, ਯੁੱਗ ਬਦਲਦੇ, ਹਰ ਇੱਕ ਚੀਜ਼ ਬਦਲਦੀ ਆ। ਪਰਮਾਤਮਾ ਦੀ ਬਣਾਈ ਹੋਈ ਹਰ ਚੀਜ਼ ਸਾਧ ਸੰਗਤ ਜੀ ਬਦਲਦੀ ਹੈ। ਜਿਵੇਂ ਬਚਪਨ ਆ, ਜਵਾਨੀ ਆ, ਬੁਢੇਪਾ, ਫਿਰ ਮੌਤ, ਹਰ ਚੀਜ਼ ਰੱਬ ਨੇ ਇਸੇ ਤਰ੍ਹਾਂ ਬਣਾਈ ਹੈ, ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ। ਪਰ ਰੱਬ ਨਾ ਕਦੇ ਉਹ ਜੰਮਿਆ ਸੀ, ਨਾ ਉਹਨੂੰ ਸਾਧ ਸੰਗਤ ਜੀ ਉਹਨੇ ਕਦੇ ਜਵਾਨ ਹੋਣਾ, ਨਾ ਉਹਦੇ 'ਤੇ ਬੁਢੇਪਾ ਆਉਣਾ, ਨਾ ਉਹਨੂੰ ਕਦੇ ਮੌਤ ਆਉਣੀ। ਇਸੇ ਕਰਕੇ ਉਹ ਅਕਾਲ ਹੈ। ਉਹ ਕਦੇ ਵੀ ਜੂਨੀਆਂ ਦੇ ਵਿੱਚ ਨਹੀਂ ਆਉਂਦਾ। ਮਹਾਰਾਜ ਪੰਚਮ ਪਾਤਸ਼ਾਹ ਜੀ ਕਥਨ ਕਰਦੇ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਮਹਾਰਾਜ ਕਹਿੰਦੇ ਭਾਈ ਉਹ ਜੀਵ ਵੀ ਸੜ ਜਾਵੇ ਜਿਹੜੀ ਇਹ ਕਹਿੰਦੀ ਵੀ ਵਾਹਿਗੁਰੂ ਪਰਮੇਸ਼ਰ ਜੂਨੀਆਂ ਦੇ ਵਿੱਚ ਆਉਂਦਾ। ਇਸੇ ਕਰਕੇ ਮਹਾਰਾਜ ਕਥਨ ਕਰਦੇ, ਤੂੰ ਪਾਰ ਬ੍ਰਹਮ ਪਰਮੇਸ਼ਰ ਜੋਨ ਨਾ ਆਵਹੀ। ਉਹ ਸਾਧ ਸੰਗਤ ਜੂਨੀਆਂ ਤੋਂ ਰਹਿਤ ਹੈ, ਉਹ ਅਬਿਨਾਸ਼ੀ ਹੈ, ਉਹਦਾ ਕਦੇ ਵੀ ਨਾਸ਼ ਨਹੀਂ ਹੋਣਾ। ਸੋ ਇਹ ਜਿਹੜਾ ਜਗਤ ਤਮਾਸ਼ਾ ਪਰਮਾਤਮਾ ਨੇ ਰਚਨਾ ਕੀਤਾ ਆ, ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਇਹ ਤੇ ਉਹਨੇ ਜਿਹੜੀ ਇਹ ਸਾਧ ਸੰਗਤ ਜੀ ਖੇਲ ਰਚਾਇਆ। ਇਸ ਵਾਸਤੇ ਇਹ ਜਿਹੜੀ ਪਰਮੇਸ਼ਰ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਇਹਨੂੰ ਪਰਮਾਤਮਾ ਦੀ ਲੀਲਾ ਵੀ ਕਹਿ ਸਕਦੇ ਹਾਂ। ਭਗਤ ਨਾਮਦੇਵ ਜੀ ਕਥਨ ਕਰਦੇ, ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ। ਇਹ ਜਿਹੜੀ ਹੈ ਪਾਰ ਬ੍ਰਹਮ ਦੀ ਲੀਲਾ ਹੈ, ਰਚਨਾ ਹੈ, ਕੌਤਕ ਕਹਿ ਲਓ। ਹੋਰ ਵੀ ਬੇਅੰਤ ਨਾਮਾਂ ਦੇ ਨਾਲ ਆਪਾਂ ਇਹਨੂੰ ਵਿਚਾਰ ਸਕਦੇ ਹਾਂ। ਪਰ ਉਹ ਪਰਮਾਤਮਾ ਇੱਕ ਹੈ, ਉਹ ਸੱਤ ਹੈ, ਅਜੂਨੀ ਸੈਭੰ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਇਹੀ ਜਿੰਨੇ ਵੀ ਜਿਹੜੇ 4 ਵੇਦ ਕਹਿ ਲਓ, ਇਸੇ ਤਰ੍ਹਾਂ 6 ਸ਼ਾਸਤਰ ਕਹਿ ਲਓ, 18 ਪੁਰਾਣ ਕਹਿ ਲਓ, 27 ਸਮ੍ਰਿਤੀਆਂ ਕਹਿ ਲਓ, 108 ਉਪਨਿਸ਼ਦ ਕਹਿ ਲਓ, ਇਹ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਆਪਾਂ ਹੋਰ ਵੀ ਬੇਅੰਤ ਗ੍ਰੰਥ ਨੇ, ਜਿਵੇਂ ਕਿ ਪੱਛਮੀ ਧਰਮਾਂ ਦੇ ਵਿੱਚ ਅੰਜੀਲ, ਤੌਰੇਤ, ਜੰਬੂਰ, ਕੁਰਾਨ, ਇਹਨਾਂ ਦੇ ਵਿੱਚ ਪੜ੍ਹ ਲਓ। ਭਾਵੇਂ ਕਿਸੇ ਚੀਜ਼ ਦੇ ਵਿੱਚ ਵੀ ਇਹ ਚੀਜ਼ਾਂ ਹਰ ਇੱਕ ਦੇ ਵਿੱਚ ਇਹੋ ਲਿਖਿਆ ਕਿ ਉਹ ਪਰਮਾਤਮਾ ਜਿਹੜਾ ਉਹ ਬੇਅੰਤ, ਉਹਨੂੰ ਬੇਅੰਤ ਕਹਿ ਕੇ ਸਭ ਨੇ ਜਿਹੜਾ ਹੈ ਉਹਨੂੰ ਸਲਾਹਿਆ, ਪਰ ਕਿਸੇ ਨੇ ਵੀ ਉਹਦਾ ਅੰਤ ਨਹੀਂ ਪਾਇਆ। ਇਹ ਤਾਂ ਕੇਵਲ ਇੱਕ ਥੋੜ੍ਹੀ ਜਿਹੀ ਆਪਾਂ ਤਿਲ ਮਾਤਰ ਵਿਚਾਰ ਕਰ ਸਕਦੇ ਹਾਂ, ਕਿਉਂਕਿ ਉਹ ਵੀ ਤਿਲ ਮਾਤਰ ਆਪਾਂ ਵਿਚਾਰ ਕਰ ਸਕਦੇ ਹਾਂ। ਮਨ ਸਮਝਾਵਣ ਕਾਰਨੇ ਕਛੂਕ ਪੜ੍ਹੀਏ ਗਿਆਨ, ਕੇਵਲ ਮਨ ਨੂੰ ਸਮਝਾਉਣ ਦੇ ਲਈ ਥੋੜ੍ਹਾ ਜਿਹਾ ਗਿਆਨ ਹੈ। ਪਰ ਉਹ ਪਰਮਾਤਮਾ ਜਿਹੜਾ ਸਾਧ ਸੰਗਤ ਜੀ ਬੇਅੰਤ ਹੈ, ਉਹਦੇ ਕਦੇ ਵੀ ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਉਹਨੂੰ, ਕਿਉਂਕਿ ਜਿਹੜਾ ਇਹ ਗਿਆਨ ਆ ਆਪਣੀ ਅਕਲ ਆ ਜਾਂ ਬੁੱਧੀ ਆ, ਇਹਦੀ ਇੱਕ ਸੀਮਾ। ਪਰ ਜਿਹੜਾ ਪਰਮਾਤਮਾ ਉਹ ਤਾਂ ਅਨਹੱਦ ਆ, ਉਹ ਹਰ ਸੀਮਾ ਤੋਂ ਪਰੇ ਹੈ, ਪਰੇ ਹੀ ਤੇ ਪਰੇ, ਅਪਰੇ ਅਪਾਰ ਪਰ। ਇਸ ਵਾਸਤੇ ਉਹ ਪਰਮਾਤਮਾ ਇੱਕ ਜੋਤ ਹੈ, ਉਹ ਇੱਕ ਪ੍ਰਕਾਸ਼ ਹੈ, ਉਹ ਇੱਕ ਗਿਆਨ ਹੈ। ਅਤੇ 9ਵੇਂ ਪਾਤਸ਼ਾਹ ਜੀ ਮਹਾਰਾਜ ਕਥਨ ਕਰਦੇ ਹੈ, ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ, ਪੁਹਪ ਮੱਧ ਜਿਉ ਬਾਸ ਬਸਤ ਹੈ, ਮੁੱਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਨਾਨਕ ਦਰਪਣ ਨਿਆਈ। ਉਹ ਪਰਮਾਤਮਾ ਸਾਡੇ ਅੰਦਰ ਹੀ ਵਸਦਾ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਉਹ ਤਾਂ ਸਾਡੇ ਅੰਦਰ ਹੀ ਹੈ। ਫਰੀਦ ਸਾਹਿਬ ਜੀ ਕਥਨ ਕਰਦੇ, ਫਰੀਦ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਏ, ਬਾਹਰ ਕਿਆ ਢੂੰਡੇ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਏ। ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਏ। ਜਿਹੜੇ ਗੁਰਮੁਖ ਨੇ ਉਹ ਆਪਣੇ ਅੰਦਰ ਦੀ ਖੋਜ ਕਰਦੇ ਹੈ। ਕਬੀਰ ਸਾਹਿਬ ਜੀ ਵੀ ਕਥਨ ਕਰਦੇ ਹੈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਭਗਤ ਪੀਪਾ ਜੀ ਵੀ ਕਥਨ ਕਰਦੇ, ਜੋ ਬ੍ਰਹਮੰਡੈ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਇਸੇ ਕਰਕੇ ਪਰਮਾਤਮਾ ਨੂੰ ਜਿਹੜਾ ਹੈ ਸੱਤ ਚਿੱਤ ਆਨੰਦ ਸਰੂਪ ਵੀ ਕਥਨ ਕੀਤਾ ਹੈ। ਉਹ ਇੱਕ ਆ, ਉਹ ਸੱਤ ਇਸ ਕਰਕੇ ਕਿਉਂਕਿ ਉਹ ਬਦਲਦਾ ਨਹੀਂ। ਅਤੇ ਚਿੱਤ ਤੋਂ ਭਾਵ ਹੈ ਕਿ ਉਹਦੇ ਅੰਦਰ ਪੂਰਨ ਗਿਆਨ ਹੈ। ਪਰਮਾਤਮਾ ਦੇ ਅੰਦਰ ਸੰਪੂਰਨ ਗਿਆਨ, ਉਹਨੂੰ ਪਤਾ ਵੀ ਇਹ ਦੁਨੀਆ ਮੈਂ ਕਦੋਂ ਬਣਾਈ ਹੈ, ਇਹਦਾ ਕਿੱਥੇ ਜਾ ਕੇ ਅੰਤ ਹੋਣਾ।
ਇਹ 'ਤੇ ਆਨੰਦ ਤੋਂ ਭਾਵ ਹੈ ਕਿ ਵਾਹਿਗੁਰੂ ਪਰਮੇਸ਼ਰ ਜਿਹੜਾ ਆਨੰਦ ਸਰੂਪ ਹੈ, ਪਿਆਰ ਦਾ ਹੀ ਸੋਮਾ, ਪ੍ਰੇਮ ਹੀ ਪ੍ਰੇਮ ਆ ਉਹਦੇ ਵਿੱਚ। ਅਤੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਥਨ ਕੀਤਾ ਕਿ ਭਾਈ ਜੇ ਕਿਸੇ ਨੇ ਉਹਦੀ ਪ੍ਰਾਪਤੀ ਕਰਨੀ ਹੈ ਤਾਂ ਪਰਮਾਤਮਾ ਦੀ ਬਣਾਈ ਹਰ ਚੀਜ਼ ਦੇ ਨਾਲ ਪਿਆਰ ਕਰੋ, ਕਿਸੇ ਦੇ ਨਾਲ ਵੀ ਨਫ਼ਰਤ ਈਰਖਾ ਨਾ ਕਰੋ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹੀ ਫਿਰ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ। ਪ੍ਰੇਮ ਦੇ ਦੁਆਰਾ ਵੀ ਉਹਦੀ ਪ੍ਰਾਪਤੀ ਹੋ ਸਕਦੀ ਹੈ। ਇਸ ਵਾਸਤੇ ਇਹ 6 ਚੀਜ਼ਾਂ ਨੇ ਜਦੋਂ ਉਹਨੇ ਸ੍ਰਿਸ਼ਟੀ ਬਣਾਈ, ਇਹਨਾਂ ਨੂੰ ਈਸ਼ਵਰ ਆਖਿਆ ਜਾਂਦਾ, ਜਿਹਨੂੰ ਈਸ਼ਵਰ ਦਾ ਨਾਮ ਦਿੱਤਾ। ਦੁਨੀਆ ਨੇ ਦਿੱਤੇ ਇਹ ਸਾਰੇ ਨਾਮ, ਕਿਸੇ ਨੇ ਗੌਡ ਨਾਮ ਦਿੱਤਾ, ਕਿਸੇ ਨੇ ਕੋਈ ਨਾਮ ਦਿੱਤਾ, ਹਰ ਇੱਕ ਨੇ ਉਹਦੇ ਗੁਣ ਵੇਖ ਕੇ ਉਹਨੂੰ ਪਰਮਾਤਮਾ ਨੂੰ ਨਾਮ ਦਿੱਤਾ, ਕਿਉਂਕਿ ਉਹ ਸਭ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ, ਸਭ ਦੇ ਦੁੱਖ ਦੂਰ ਕਰਨ ਵਾਲਾ ਅਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਸਭ ਦੇ ਦਿਲ ਦੀਆਂ ਜਾਣਦਾ ਅੰਤਰਜਾਮੀ ਹੈ। ਸੋ ਪਰਮਾਤਮਾ ਦੇ ਵਿੱਚ 6 ਜਿਹੜੇ ਈਸ਼ਵਰ ਦੇ ਵਿੱਚ ਗੁਣ ਆ, ਜਿਹੜਾ ਉਹਨੇ ਈਸ਼ਵਰ ਰੂਪ ਧਾਰਿਆ। ਜਦੋਂ ਇੱਕ ਤੋਂ ਬਹੁਤੇ ਰੂਪ ਹੋਇਆ, ਜਦੋਂ ਨਿਰਗੁਣ ਤੋਂ ਸਰਗੁਣ ਰੂਪ ਧਾਰਿਆ ਉਹਨੇ, ਮਹਾਰਾਜ ਕਹਿੰਦੇ ਭਾਈ ਉਹਦੇ ਵਿੱਚ 6 ਈਸ਼ਵਰ ਦੇ ਵਿੱਚ 6 ਗੁਣ ਨੇ। ਪਹਿਲਾ ਗੁਣ ਤਾਂ ਇਹ ਵੀ ਦੁਨੀਆ ਨੂੰ ਪੈਦਾ ਕਰਨ ਵਾਲਾ। ਦੂਜਾ ਗੁਣ ਜਿਹੜਾ ਪਰਮਾਤਮਾ ਦੇ ਵਿੱਚ ਸਾਧ ਸੰਗਤ ਜੀ, ਉਹ ਦੁਨੀਆ ਨੂੰ ਬਣਾਉਣ ਤੋਂ ਬਾਅਦ ਉਹਦੀ ਪਾਲਣਾ ਕਰਨ ਵਾਲਾ। ਤੀਜਾ ਉਹਦੇ ਵਿੱਚ ਗੁਣ ਹੈ ਸੰਘਾਰ ਕਰਤਾ, ਦੁਨੀਆ ਨੂੰ ਮਿਟਾਉਣ ਵਾਲਾ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ। ਅਤੇ ਚੌਥਾ ਹੈ ਉਹ ਅੰਤਰਜਾਮੀ ਗੁਣ, ਕਿਉਂਕਿ ਉਹ ਸਭ ਦੇ ਦਿਲ ਦੀਆਂ ਜਾਣਦਾ ਹੈ। ਅਸੀਂ ਨਹੀਂ ਜਾਣਦੇ, ਕਿਸੇ ਨੂੰ ਰਿੱਧੀ ਸਿੱਧੀ ਹੋਊਗੀ, ਥੋੜ੍ਹੀ ਬਹੁਤੀ ਮੰਦਾ ਇਹ ਅੰਤਰਜਾਮਤਾ ਹੋ ਸਕਦੀ, ਪਰ ਉਹ ਵਾਹਿਗੁਰੂ ਪਰਮੇਸ਼ਰ ਉਹ ਬ੍ਰਹਿਮੰਡਾਂ ਦੀ ਜਾਣਦਾ ਹੈ। ਕਿੱਥੇ ਕੀ ਹੋ ਰਿਹਾ ਉਹਨੂੰ ਸਭ ਕੁਝ ਪਤਾ, ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਅਤੇ ਨਾ ਹੀ ਕਿਸੇ ਨੂੰ ਉਹਨੂੰ ਦੱਸਣ ਦੀ ਲੋੜ ਹੈ। ਉਹ ਤਾਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਤਾਂ ਅੰਤਰਜਾਮੀ ਹੈ, ਸਭ ਦੇ ਦਿਲ ਦੀਆਂ ਜਾਣਦਾ। ਜਿਹੜਾ ਪੰਜਵਾਂ ਉਹਦੇ ਵਿੱਚ ਗੁਣ ਹੈ ਸਾਧ ਸੰਗਤ ਜੀ, ਉਹ ਇਹ ਆ ਕਿ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹੀ ਸਾਰਿਆਂ ਦਾ ਜਿਹੜਾ ਲੇਖਾ ਕਰਨ ਵਾਲਾ ਹੈ। ਧਰਮਰਾਜ ਰੂਪ 'ਚ ਕਹਿ ਲਓ, ਧਰਮਰਾਜ ਵੀ ਹਰ ਕਾ ਕੀ ਆ, ਹਰ ਜਨ ਸੇਵਕ ਨੇੜ ਨਾ ਆਵੇ, ਉਹ ਵੀ ਉਹਦਾ ਹੀ ਬਣਾਇਆ ਹੋਇਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਉਹ ਸਾਰਿਆਂ ਦਾ ਲੇਖਾ ਕਰਨ ਵਾਲਾ, ਕਰਮਾਂ ਅਨੁਸਾਰ ਫਲ ਦੇਣ ਵਾਲਾ। ਅਤੇ 6ਵਾਂ ਈਸ਼ਵਰ ਦੇ ਵਿੱਚ ਗੁਣ ਇਹ ਆ ਕਿ ਜੂਨੀਆਂ ਦੀ ਤਬਦੀਲ ਕਰਨ ਵਾਲਾ। ਹੁਣ ਜੂਨੀਆਂ ਨੇ 84 ਲੱਖ ਜੂਨੀ ਹੈ, ਸਾਨੂੰ ਤਾਂ 84 ਜੂਨੀਆਂ ਦੇ ਬਾਰੇ ਵੀ ਜਾਣਕਾਰੀ ਨਹੀਂ, ਪਰ ਉਹਨੇ 84 ਲੱਖ ਜੂਨ ਬਣਾਈ ਹੈ। 42 ਲੱਖ ਜੀ ਜਲਮੇ ਉੱਤੇ ਬੀਠਲ ਪਹਿਲਾ ਕਾਏ ਕਰੇ। 42 ਲੱਖ ਜੂਨ ਤੇ ਪਾਣੀ ਵਿੱਚ ਆ, 42 ਲੱਖ ਧਰਤੀ ਤੋਂ ਲੈ ਕੇ ਆਕਾਸ਼ ਤੱਕ ਹੈ। ਕੋਈ ਪੰਛੀ ਹੈ, ਕੋਈ ਪਸ਼ੂ ਹੈ, ਕੋਈ ਬਨਸਪਤੀ ਦੇ ਰੂਪ ਦੇ ਵਿੱਚ ਹੈ, ਹਰ ਇੱਕ ਚੀਜ਼ ਜੂਨ ਦੇ ਵਿੱਚ ਆ। ਪਰ ਇੱਕ ਜੂਨੀ 'ਚੋਂ ਕੱਢ ਕੇ ਦੂਜੀ ਜੂਨੀ ਦੇ ਵਿੱਚ ਤਬਦੀਲ ਕਰਨਾ, ਇਹ ਬੰਦਾ ਤਾਂ ਕਰ ਨਹੀਂ ਸਕਦਾ, ਇਹ ਵੀ ਵਾਹਿਗੁਰੂ ਪਰਮੇਸ਼ਰ ਆਪ ਕਰਨ ਵਾਲਾ। ਇਸ ਵਾਸਤੇ ਉਹਦੇ ਵਿੱਚ ਇਹ 6 ਗੁਣ ਨੇ, ਜਿਨ੍ਹਾਂ ਕਰਕੇ ਅਸੀਂ ਉਹਨੂੰ ਈਸ਼ਵਰ ਆਖਦੇ ਹਾਂ, ਮੰਨਦੇ ਹਾਂ। ਹੋਰ ਵੀ ਬੇਅੰਤ ਗੁਣ ਹੈ। ਵਿਦਵਾਨਾਂ ਨੇ ਜਿੰਨੇ ਵੀ ਕਿਸੇ ਤੋਂ ਕੋਈ ਵਾਹਿਗੁਰੂ ਦੇ ਗੁਣਾਂ ਦੀ ਸਾਧ ਸੰਗਤ ਜੀ ਚਰਚਾ ਹੋ ਸਕਦੀ ਜਾਂ ਵਿਆਖਿਆ ਕਰੋ, ਉਹਨਾਂ ਨੇ ਕੀਤੀ ਹੈ, ਪਰ ਕੋਈ ਵੀ ਦਾਅਵਾ ਨਹੀਂ ਕਰ ਸਕਦਾ ਵੀ ਜੋ ਗੱਲ ਕਹਿਤੀ ਉਹ ਸੱਚ ਹੈ, ਕਿਉਂਕਿ ਪਰਮਾਤਮਾ ਜਿਹੜਾ ਬੇਅੰਤ ਆ, ਉਹਦੇ ਗੁਣਾਂ ਦਾ ਵਰਣਨ ਨਹੀਂ ਹੋ ਸਕਦਾ। ਇਸੇ ਕਰਕੇ ਸਤਿਗੁਰੂ ਮਹਾਰਾਜ ਕਥਨ ਕਰਦੇ ਆ ਕਿ ਬਸਦ ਕਾਗਦ ਬਨ ਰਾਜ ਕਲਮਾ, ਲਿਖਣ ਕੋ ਜੇ ਹੋਏ ਪਵਨ, ਬੇਅੰਤ ਅੰਤ ਨ ਜਾਈ ਪਾਇਆ, ਗਹੀ ਨਾਨਕ ਚਰਨ ਸ਼ਰਨ। ਅਤੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ, ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜਾਓ ਕਰੋ ਹਰ ਜਸ ਲਿਖਣ ਨਾ ਜਾਏ। ਉਹ ਕਹਿੰਦੇ ਵੀ ਸਾਰੀ ਜਿਹੜੀ ਬਨਸਪਤੀ ਉਹਦੀ ਕਲਮ ਬਣਾ ਲਓ, 7 ਸਮੁੰਦਰਾਂ ਦਾ ਜਿਹੜਾ ਪਾਣੀ ਇਹਦੀ ਸ਼ਾਹੀ ਬਣਾ ਲਓ, ਅਤੇ ਸਾਰੀ ਜਿਹੜੀ ਧਰਤੀ ਹੈ ਇਹਦੀ ਜਿਹੜੇ ਉਹ ਕਾਗਜ਼ ਬਣਾ ਲਓ, ਅਤੇ ਬਨਸਪਤੀ ਦੀ ਕਲਮ ਬਣਾ ਕੇ ਤੁਸੀਂ ਪਰਮਾਤਮਾ ਦੇ ਜਸ ਦੇ ਵਿੱਚ, ਉਹਦੀ ਸਿਫਤ ਦੇ ਵਿੱਚ ਆਪਾਂ ਇੱਕ ਵੀ ਅੱਖਰ ਨਹੀਂ ਲਿਖ ਸਕਦੇ। ਸੋ ਇਤਨਾ ਵੱਡਾ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਜੇਕਰ ਕਿਸੇ ਨੇ ਉਹਨੂੰ ਜਾਣਨਾ, ਤੇ ਮਹਾਰਾਜ ਕਹਿੰਦੇ ਭਾਈ ਵੱਡਾ ਸਾਹਿਬ ਊਚਾ ਥਾਓ, ਊਚੇ ਉੱਪਰ ਊਚਾ ਨਾਓ, ਇਹ ਊਚਾ ਹੋਵੇ ਕੋਏ, ਤਿਸ ਊਚੇ ਕੋ ਜਾਣੇ ਸੋਏ। ਹੁਣ ਜਿੱਡਾ ਵੱਡਾ ਪਰਮਾਤਮਾ, ਓਨਾ ਵੱਡਾ ਹੀ ਕਿਸੇ ਦਾ ਜਿਹੜਾ ਉਹ ਆਪਣਾ ਮਨ ਕਰਕੇ ਸਰੂਪ ਉੱਚਾ ਜਾਵੇ, ਅਤੇ ਉਹ ਉਹਦੀ ਕੀਮਤ ਪਾ ਸਕਦਾ, ਜਾਣ ਸਕਦਾ ਹੈ।
ਅਤੇ ਦੂਜਾ ਕੌਣ ਜਾਣ ਸਕਦਾ। ਇਸ ਕਰਕੇ ਕੋਈ ਵੀ ਪਰਮਾਤਮਾ ਦਾ ਜਿਹੜਾ ਆਦ ਅੰਤ ਨਹੀਂ ਜਾਣ ਸਕਦਾ। ਇਹ ਕੇਵਲ ਮਨ ਸਮਝਾਵਨ ਕਾਰਨ ਕਛੁਕ ਪੜ੍ਹੀਏ ਗਿਆਨ। ਕੋਈ ਕਹਿੰਦਾ ਜੀ ਕਿ ਪਰਮਾਤਮਾ ਜਿਹੜਾ ਫਲਾਣੀ ਥਾਂ 'ਤੇ ਰਹਿੰਦਾ ਹੈ, ਕੋਈ ਕਹਿੰਦਾ ਜੀ ਖੀਰ ਸਾਗਰ ਵਿੱਚ ਰਹਿੰਦਾ ਹੈ, ਕੋਈ ਕਹਿੰਦਾ 7ਵੇਂ ਆਕਾਸ਼ ਵਿੱਚ ਰਹਿੰਦਾ ਹੈ, ਕੋਈ ਕਹਿੰਦਾ ਬੈਕੁੰਠ ਧਾਮ ਦੇ ਵਿੱਚ ਰਹਿੰਦਾ ਹੈ। ਸੋ ਬੇਅੰਤ ਜਿਹੜੇ ਸਾਧ ਸੰਗਤ ਜੀ ਸੰਸਾਰ ਦੇ ਉੱਤੇ ਰੱਬੀ ਰੂਹਾਂ ਆਈਆਂ, ਉਹਨਾਂ ਨੇ ਅਲੱਗ ਅਲੱਗ ਰੂਪ ਦੇ ਵਿੱਚ ਪਰਮਾਤਮਾ ਦਾ ਵਰਣਨ ਕੀਤਾ ਹੈ, ਪਰ ਉਹਦਾ ਅਕਾਲ ਪੁਰਖ ਵਾਹਿਗੁਰੂ ਦਾ ਕਥਨ ਨਹੀਂ ਕੀਤਾ ਜਾ ਸਕਦਾ ਕਿ ਉਹ ਕਿੱਡਾ ਕੁ ਵੱਡਾ ਹੈ। ਸੋ ਇਸ ਵਾਸਤੇ ਸੁਣ ਵੱਡਾ ਆਖੈ ਸਭ ਕੋਏ, ਕਿ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਰਹੇ ਸਮਾਏ। ਸੋ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ, ਉਹ ਸਰਬ ਵਿਆਪਕ ਹੈ, ਉਹ ਕਿਤੇ ਇੱਕ ਜਗ੍ਹਾ ਦੇ ਵਿੱਚ ਨਹੀਂ ਬੈਠਾ। ਨਮਸਤੰ ਅਦੇਸੇ ਨਮਸਤੰ ਅਭੇਸੇ, ਉਹ ਭੇਖਾਂ ਤੋਂ ਰਹਿਤ ਆ, ਉਹ ਦੇਸ਼ ਤੋਂ ਰਹਿਤ ਆ। ਜਿਵੇਂ ਅਸੀਂ ਕਿਸੇ ਦੇਸ਼ ਦੇ ਵਿੱਚ ਰਹਿੰਦੇ ਹਾਂ, ਪਰਮਾਤਮਾ ਜਿਹੜਾ ਉਹ ਅਸੀਮ ਹੈ। ਨਮਸਤੰ ਅਜਨਮੇ, ਪਰਮਾਤਮਾ ਜਿਹੜਾ ਜਨਮ ਤੋਂ ਰਹਿਤ, ਇਸ ਕਰਕੇ ਗੁਰੂ ਸਾਹਿਬ ਨੇ ਉਹਨੂੰ ਨਮਸਕਾਰ ਕੀਤੀ ਹੈ। ਸੋ ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਬੇਅੰਤ ਹੈ, ਬੇਅੰਤ। ਹੁਣ ਕਈ ਪੁੱਛਦੇ ਆ ਕਿ ਉਹ ਖਾਂਦਾ ਪੀਂਦਾ, ਕਿ ਜੇ ਸਾਧ ਸੰਗਤ ਜੀ ਉਹ ਇਨਸਾਨ ਹੋਵੇ ਤਾਂ ਉਹ ਫਿਰ ਤੇ ਕੁਝ ਖਾਵੇ ਪੀਵੇ। ਇਸ ਵਾਸਤੇ ਉਹ ਪਰਮਾਤਮਾ ਜਿਹੜਾ ਹੈ ਪ੍ਰਕਾਸ਼ ਰੂਪ ਹੈ, ਉਸ ਦੀ ਜਿਹੜੀ ਖੁਰਾਕ ਹੈ ਗੋਬਿੰਦ ਭਾਓ ਭਗਤ ਕਾ ਭੂਖਾ। ਭਾਈ ਗੁਰਦਾਸ ਜੀ ਕਹਿੰਦੇ ਪਰਮਾਤਮਾ ਦੀ ਖੁਰਾਕ ਜਿਹੜੀ ਆ ਉਹ ਸਾਡੀ ਮਨੁੱਖਾਂ ਦੀ ਜਿਹੜੀ ਪ੍ਰੇਮ ਭਾਵਨਾ ਹੈ ਉਹ ਹੈ। ਅਤੇ ਗੁਰਬਾਣੀ ਵਿੱਚ ਪਾਤਸ਼ਾਹ ਜੀ ਕਥਨ ਕਰਦੇ ਆ, ਨਾ ਤਿਸ ਭੁੱਖ ਪਿਆਸ ਰੱਜਾ ਧਾਇਆ। ਮਹਾਰਾਜ ਕਹਿੰਦੇ ਭਾਈ ਪਰਮਾਤਮਾ ਨੂੰ ਭੁੱਖ ਨਹੀਂ ਲੱਗਦੀ, ਕਿਉਂਕਿ ਉਹ ਸਰੀਰ ਨਹੀਂ ਹੈ। ਇਹ ਭੁੱਖ ਤਰੇ ਅਤੇ ਪ੍ਰਾਣਾਂ ਦਾ ਸੁਭਾਅ ਹੈ। ਇਸ 'ਤੇ ਸਾਨੂੰ ਲੱਗਦੀ ਹੈ, ਪਰਮਾਤਮਾ ਭੁੱਖ 'ਤੇ ਨਹੀਂ ਲੱਗਦੀ। ਅਤੇ ਹੁਣ ਸਵਾਲ ਪੈਦਾ ਹੁੰਦਾ, ਫਿਰ ਕਈ ਸਵਾਲ ਕਰ ਦਿੰਦੇ ਜੀ ਕਿ ਉਹ ਰੱਬ ਕਰਦਾ ਕੀ ਹੈ। ਇਸ ਦੀ ਬਾਬਤ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ, ਰਾਜਾ ਸ਼੍ਰਮ ਮਿਤ ਨਹੀਂ ਜਾਣੇ ਤੇਰੇ, ਤੇਰੇ ਸੰਤਨ ਕੀ ਹੋ ਚੇਰੀ। ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹਸੈ। ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜ੍ਹਾਵੈ, ਚੜ੍ਹੈ ਆਕਾਸ਼ ਗਿਰਾਵੈ। ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਸਾਧ ਸੰਗਤ ਜੀ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਭਿਖਾਰੀਆਂ ਤੋਂ ਰਾਜੇ ਬਣਾਉਣ ਵਾਲਾ ਅਤੇ ਰਾਜਿਆਂ ਨੂੰ ਜਿਹੜਾ ਹੈ ਉਹ ਭਿਖਾਰੀ ਬਣਾਉਣ ਵਾਲਾ ਅਤੇ ਭਿਖਾਰੀਆਂ ਤੋਂ ਰਾਜੇ ਬਣਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਦਾ ਕੋਈ ਆਦ ਅੰਤ ਨਹੀਂ ਹੈ। ਕੋਈ ਵੀ ਉਹਦਾ ਆਦ ਅੰਤ ਨਹੀਂ ਪਾ ਸਕਦਾ, ਉਹਦੇ ਗੁਣਾਂ ਦੀ ਵਿਚਾਰ ਕਰ ਸਕਦਾ, ਚਰਚਾ ਕਰ ਸਕਦਾ। ਇਸ ਵਾਸਤੇ ਜਿਵੇਂ ਕਿ ਕਹਿ ਸਕਦੇ ਹਾਂ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਦੇ ਵਿੱਚ ਹੀ ਹੈ ਸਭ ਕੁਝ। ਪ੍ਰਭ ਡੋਰੀ ਹੱਥ ਤੁਮਾਰਾ ਹੈ, ਉਹਦੇ ਹੱਥ ਦੇ ਵਿੱਚ ਹੀ ਸਭ ਕੁਝ ਹੈ। ਇਹ ਅਧਿਕਾਰ ਪਰਮੇਸ਼ਰ ਨੇ ਕਿਸੇ ਨੂੰ ਵੀ ਨਹੀਂ ਦਿੱਤਾ। ਜੰਮਣਾ ਅਤੇ ਮਰਨਾ ਰੱਬ ਦੇ ਹੱਥ ਦੇ ਵਿੱਚ ਹੈ। ਦੁੱਖ ਅਤੇ ਸੁੱਖ ਰੱਬ ਦੇ ਹੱਥ ਦੇ ਵਿੱਚ ਹੈ। ਖੁਸ਼ੀ ਅਤੇ ਗਮੀ ਦੇਣੀ ਇਨਸਾਨ ਨੂੰ ਉਹ ਵੀ ਰੱਬ ਦੇ ਹੱਥ ਦੇ ਵਿੱਚ ਆ। ਉਸਤਤ ਅਤੇ ਨਿੰਦਿਆ ਇਹ ਵੀ ਰੱਬ ਦੇ ਹੱਥ ਦੇ ਵਿੱਚ ਆ। ਵਰ ਅਤੇ ਸਰਾਫ ਇਹ ਵੀ ਰੱਬ ਦੇ ਹੱਥ ਦੇ ਵਿੱਚ ਆ। ਅਮੀਰੀ ਅਤੇ ਗਰੀਬੀ ਇਹ ਵੀ ਰੱਬ ਦੇ ਹੱਥ ਦੇ ਵਿੱਚ ਆ। ਜਾਤ ਪਾਤ ਕੁੱਲ ਬਰਾਦਰੀ ਜਿਹਨੂੰ ਕਹਿੰਦੇ ਆਪਾਂ ਕਿਹਦੇ ਵਿੱਚ ਪੈਦਾ ਕਰਨਾ, ਇਹ ਵੀ ਰੱਬ ਦੇ ਹੱਥ ਦੇ ਵਿੱਚ ਆ। 84 ਲੱਖ ਜੂਨੀਆਂ, ਪੁਰਸ਼ ਇਸਤਰੀ, ਦੇਵੀ ਦੇਵਤਾ, ਭੂਤ ਪ੍ਰੇਤ, ਇਹ ਜਿੰਨੇ ਵੀ ਸਭ ਜਿਹੜੇ ਰੱਬ ਦੇ ਹੁਕਮ ਦੇ ਵਿੱਚ ਆ। ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ ਪਰਮਾਤਮਾ ਨੇ ਆਪਣੇ ਹੁਕਮ ਦੇ ਵਿੱਚ ਰੱਖੀ ਹੈ। ਸੋ ਸਾਧ ਸੰਗਤ ਜੀ ਸ੍ਰਿਸ਼ਟੀ ਦੀ ਰਚਨਾ ਕਰਕੇ ਵਾਹਿਗੁਰੂ ਪਰਮੇਸ਼ਰ ਨੇ ਜਿਹੜੀ ਸਾਰੀ ਸ੍ਰਿਸ਼ਟੀ ਆ ਉਹ ਆਪਣੇ ਹੁਕਮ ਦੇ ਵਿੱਚ ਰੱਖੀ ਹੈ। ਇਸ ਵਾਸਤੇ ਮਹਾਰਾਜ ਕਥਨ ਕਰਦੇ ਆ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਇਹ ਜਿਹੜੀ ਗੱਲ ਆ, ਜਿਸ ਮਨੁੱਖ ਨੂੰ ਇਸ ਚੀਜ਼ ਦੀ ਸਮਝ ਆਵੇ ਉਹ ਫਿਰ ਰੱਬ ਦੇ ਹੁਕਮ ਦੇ ਵਿੱਚ ਹੋ ਜਾਂਦਾ।
ਸੋ ਆਪ ਜੀਆਂ ਨੂੰ ਉਮੀਦ ਆ ਕਿ ਗੱਲ ਸਮਝ ਦੇ ਵਿੱਚ ਆ ਗਈ ਹੋਵੇਗੀ ਕਿ ਰੱਬ ਇੱਕ ਜੋਤ ਹੈ, ਪ੍ਰਕਾਸ਼ ਹੈ, ਗਿਆਨ ਹੈ। ਇਹ ਹੈ ਰੱਬ ਦਾ ਸਰੂਪ। ਉਹ ਇੱਕ ਹੈ, ਸੱਤ ਹੈ, ਅਜੂਨੀ ਸੈਭੰ। ਇਹ ਹੈ ਉਸ ਦਾ ਜਿਹੜਾ ਸਰੂਪ, ਸਦਾ ਰਹਿਣ ਵਾਲਾ। ਜਿਹੜਾ ਉਸ ਦਾ ਸਰੂਪ ਹੈ ਓਅੰਕਾਰ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਇਹ ਓਨਾ ਚਿਰ ਆ ਜਿੰਨਾ ਚਿਰ ਦੁਨੀਆ ਬਣਾਈ ਉਹਨੇ, ਜਿੰਨਾ ਚਿਰ ਇਹ ਦੁਨੀਆ ਰਹੇਗੀ ਉਹਨਾਂ ਚਿਰ ਇਹ ਚੀਜ਼ ਰਹੇਗੀ। ਪਰ ਇਸ ਤੋਂ ਅਲੱਗਾ ਜਿਹੜਾ ਉਹਦਾ ਸਰੂਪ ਹੈ ਉਹ ਹੈ ਇੱਕ ਸੱਤ ਅਜੂਨੀ ਸੈਭੰ। ਉਹਨੂੰ ਆਪਾਂ ਸੱਤ ਚਿੱਤ ਆਨੰਦ ਸਰੂਪ ਵੀ ਕਹਿ ਸਕਦੇ ਹਾਂ, ਕਿਉਂਕਿ ਜਿਹੜਾ ਕਦੇ ਵੀ ਬਦਲਦਾ ਨਹੀਂ, ਇਸੇ ਕਰਕੇ ਉਹ ਸੱਤ ਹੈ, ਉਹ ਇੱਕ ਹੈ, ਉਹ ਸੱਤ ਹੈ, ਅਜੂਨੀ ਹੈ, ਸੈਭੰ ਸੋ ਤੇ ਪ੍ਰਕਾਸ਼ ਹੈ। ਇਹ ਪਰਮਾਤਮਾ ਜਿਹੜਾ ਹੈ ਉਹ ਸਾਧ ਸੰਗਤ ਜੀ ਸਰਬ ਵਿਆਪਕ ਹੈ। ਉਹ ਇੱਕ ਜਗ੍ਹਾ 'ਤੇ ਨਹੀਂ ਰਹਿੰਦਾ ਵੀ ਜੇ ਕਿ ਫਲਾਣੀ ਥਾਂ 'ਤੇ ਬੈਠਾ ਉਹ, ਜਾਂ ਸੱਤਵੇਂ ਆਕਾਸ਼ ਵਿੱਚ ਬੈਠਾ, ਜਾਂ ਖੀਰ ਸਾਗਰ ਵਿੱਚ ਬੈਠਾ, ਜਾਂ ਬਕੁੰਠ ਧਾਮ ਦੇ ਵਿੱਚ, ਜਿਹਨੂੰ ਗੁਰਬਾਣੀ ਨੇ ਕਿਹਾ ਸੱਚਖੰਡ ਵਸੇ ਨਿਰੰਕਾਰ। ਜਿੱਥੇ ਸੱਚ ਹੈ ਉੱਥੇ ਪਰਮਾਤਮਾ। ਸੱਚਖੰਡ ਤੋਂ ਭਾਵ ਜਿੱਥੇ ਕੇਵਲ ਸੱਚ ਹੀ ਸੱਚ ਹੈ। ਉਹ ਇਸੇ ਕਰਕੇ ਮਹਾਰਾਜ ਕਹਿੰਦੇ ਘਟ ਘਟ ਮੈਂ ਹਰਜੂ ਬਸੇ ਸੰਤਨ ਕਹਿਓ ਪੁਕਾਰ। ਹਰ ਇੱਕ ਜਿਹੜਾ ਜੋ ਵੀ ਪਰਮਾਤਮਾ ਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ, ਹਰ ਇੱਕ ਦੇ ਵਿੱਚ ਉਹਦਾ ਵਾਸਾ ਹੈ। ਜੇਤਾ ਕੀਤਾ ਤੇਤਾ ਨੋ, ਹਰ ਇੱਕ ਦੇ ਵਿੱਚ ਉਹ ਪਰਮਾਤਮਾ ਨੇ ਆਪਣਾ ਜਿਹੜਾ ਸਰੂਪ ਰੱਖਿਆ ਹੈ। ਉਹ ਪਰਮਾਤਮਾ ਸਾਡੇ ਅੰਦਰ ਹੀ ਆ, ਉਹ ਕਿਤੇ ਬਾਹਰ ਨਹੀਂ। ਇਸ ਵਾਸਤੇ ਸਤਿਗੁਰੂ ਜੀ ਕਥਨ ਕਰਦੇ ਆ, ਛਿਨ ਮੈਂ ਰਾਓ ਰੰਕ ਕੋ ਕਰਈ ਰਾਓ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਖ ਨਾਵੇ ਯਹ ਤਾਕੋ ਵਿਵਹਾਰੇ। ਆਪਣੀ ਮਾਇਆ ਆਪ ਪਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ। ਇੱਕ ਛਿਣ ਦੇ ਵਿੱਚ ਹੀ ਰਾਜਿਆਂ ਨੂੰ ਭਿਖਾਰੀ ਅਤੇ ਭਿਖਾਰੀਆਂ ਨੂੰ ਰਾਜੇ ਬਣਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਆ, ਅਤੇ ਖਾਲੀਆਂ ਨੂੰ ਭਰਨ ਵਾਲਾ ਅਤੇ ਭਰਿਆਂ ਨੂੰ ਖਾਲੀ ਕਰਨ ਵਾਲਾ। ਇਹ ਯਹ ਤਾਕੋ ਵਿਵਹਾਰੇ, ਇਹ ਹੈ ਵਾਹਿਗੁਰੂ ਦਾ ਕਰਮ। ਇਹ ਰੱਬ ਇਹ ਕੰਮ ਕਰਦਾ। ਅਤੇ ਆਪਣੀ ਮਾਇਆ ਆਪ ਪਸਾਰੇ ਆਪੇ ਦੇਖਣ ਹਾਰਾ, ਉਹ ਆਪ ਹੀ ਵੇਖ ਰਿਹਾ ਸਾਰਾ ਖੇਲ ਰਚਾ ਕੇ। ਆਪੇ ਕਰਤਾ ਆਪੇ ਭੁਗਤਾ, ਸਭ ਕੁਝ ਆਪ ਹੀ ਆ। ਇਹ ਜਿੰਨੇ ਵੀ ਰੂਪ ਰੰਗ ਬਣਾਏ ਆਪੇ, ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਇਹ ਸਾਰੇ ਉਹ ਪ੍ਰਮਾਤਮਾ ਦੇ ਰੰਗ ਹੀ ਆ। ਸੋ ਇਸ ਤੋਂ ਅੱਗੇ ਜਿਹੜੀਆਂ ਵਿਚਾਰਾਂ ਨੇ ਉਹ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਵਿਚਾਰ ਕਰਾਂਗੇ, ਦੂਜੇ ਭਾਗ ਦੇ ਵਿੱਚ। ਅਤੇ ਉਮੀਦ ਕਰਦੇ ਹਾਂ ਵੀ ਇੰਨੀ ਕੁ ਗੱਲ ਆਪ ਸਭ ਨੂੰ ਸਮਝ ਆ ਜਾਏਗੀ ਸੰਗਤਾਂ ਨੂੰ, ਜੋ ਵੀ ਆਪਾਂ ਵਿਚਾਰ ਚਰਚਾ ਕੀਤਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਇੱਕ ਪ੍ਰਕਾਸ਼ ਰੂਪ ਹੈ, ਗਿਆਨ ਸਰੂਪ ਹੈ, ਉਹ ਜੋਤ ਹੈ, ਅਤੇ ਉਹ ਸਭ ਦੇ ਅੰਦਰ ਹੈ, ਸਰਬ ਵਿਆਪਕ ਆ। ਪਰਮਾਤਮਾ ਕਿਤੇ ਬਾਹਰ ਨਹੀਂ, ਸਭ ਦੇ ਅੰਦਰ ਹੀ ਬੈਠਾ। ਉਸ ਹਰ ਇੱਕ ਦੇ ਮਨ ਦੇ ਵਿੱਚ ਹੀ ਉਸ ਦਾ ਪ੍ਰਕਾਸ਼ ਹੈ। ਉਹ ਕਿਤੇ ਇੱਕ ਥਾਂ 'ਤੇ ਨਹੀਂ ਰਹਿੰਦਾ, ਉਹ ਸਰਬ ਵਿਆਪਕ ਹੈ। ਅਤੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਧ ਸੰਗਤ ਜੀ, ਉਹ ਪ੍ਰੇਮ ਦਾ ਭੁੱਖਾ, ਪ੍ਰੇਮ ਭਾਵਨਾ ਜਿਹੜੀ ਦੁਨੀਆ ਦੀ ਵਡਿਆਈ ਹੈ, ਇਹ ਉਹਦੇ ਬਸਤਰ ਆ। ਜਿਹੜੇ ਆਪਾਂ ਉਹਦੀ ਵਡਿਆਈ ਕਰਦੇ ਇਹ ਉਹ ਕੱਪੜੇ ਪਹਿਨਦਾ, ਅਤੇ ਜਿਹੜੀ ਆਪਾਂ ਪਰਮਾਤਮਾ ਦੇ ਪ੍ਰਤੀ ਆਪਣੀ ਪ੍ਰੇਮ ਭਾਵਨਾ, ਇਹ ਉਹਦੀ ਖੁਰਾਕ ਆ। ਇਸੇ ਦੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਇਹ ਉਹਨੂੰ ਖੁਰਾਕ ਜਿਹੜੀ ਆ ਇਹੀ ਆ ਉਹਦੀ, ਕਿਉਂਕਿ ਉਹ ਪ੍ਰਕਾਸ਼ ਰੂਪ ਆ, ਸ਼ਕਤੀ ਆ। ਉਹ ਵਿਅਕਤੀ ਨਹੀਂ, ਉਹ ਮਨੁੱਖ ਨਹੀਂ, ਇਨਸਾਨ ਨਹੀਂ, ਉਹ ਪਰਮਾਤਮਾ ਹੈ। ਪਰਮਾਤਮਾ ਸਾਰਿਆਂ ਦਾ ਪ੍ਰਕਾਸ਼ ਉਹੀ ਹੈ, ਸਾਰਿਆਂ ਨੂੰ ਜਿਹੜਾ ਉਹੀ ਪ੍ਰਕਾਸ਼ ਦੇਣ ਵਾਲਾ, ਅਤੇ ਉਹੀ ਸਾਰਿਆਂ ਦੇ ਅੰਦਰ ਜਿਹੜੀ ਉਹਨੇ ਆਪਣੀ ਜੋਤ। ਓਅੰਕਾਰ ਦਾ ਅਰਥ ਵੀ ਸਭ ਦਾ ਪ੍ਰਕਾਸ਼। ਉਹ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਪ੍ਰਕਾਸ਼ ਕਰਨ ਵਾਲਾ ਹੈ, ਸਭ ਨੂੰ ਤਾਕਤ ਸਤਾ ਸਫੁਰਤੀ ਜਿਹੜੀ ਹੈ ਉਹ ਹਰ ਇੱਕ ਦੇ ਅੰਦਰ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਹੈ। ਉਹੀ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁੱਖ ਪਾਵਹਿ ਮੇਰੇ ਮਨਾ। ਜੋ ਮੰਗਹਿ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਉਹ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ, ਸਾਰਿਆਂ ਦੀਆਂ ਇੱਛਾਵਾਂ ਪੂਰਨ ਕਰਨ ਵਾਲਾ। ਉਹ ਸਮਰੱਥ ਹੈ, ਸਰਬ ਕਲਾ ਸੰਪੰਨ ਹੈ, ਉਹਦੇ ਵਿੱਚ ਸੰਪੂਰਨ ਸ਼ਕਤੀ ਹੈ। ਉਹ ਜੋ ਚਾਹਵੇ ਕਾਨੂੰਨ ਬਣਾ ਸਕਦਾ, ਜੋ ਚਾਹਵੇ ਉਹ ਕਰ ਸਕਦਾ। ਉਹਨੂੰ ਕਿਸੇ ਨੂੰ ਪੁੱਛ ਕੇ ਕਿਸੇ ਨੂੰ ਦਾਤ ਦੇਣ ਦੀ ਲੋੜ ਨਹੀਂ, ਅਤੇ ਨਾ ਹੀ ਕਿਸੇ ਤੋਂ ਖੋਹਣ ਵੇਲੇ ਕਿਸੇ ਨੂੰ ਪੁੱਛਣ ਦੀ ਲੋੜ ਆ ਵੀ ਮੈਂ ਹੁਣ ਤੇਰੇ ਕੋਲੋਂ ਆਹ ਕੁਝ ਖੋਹ ਲਵਾਂ।
ਜਦੋਂ ਕੋਈ ਬੰਦਾ ਉਹਦੀਆਂ ਪਾਈਆਂ ਤਾਕਤਾਂ ਬਰਕਤਾਂ ਦਾ ਹੰਕਾਰ ਕਰੇ ਤਾਂ ਰੱਬ ਫਿਰ ਖੋਹ ਵੀ ਲੈਂਦਾ, ਖਾਲੀ ਵੀ ਕਰ ਦਿੰਦਾ ਉਹਨੂੰ। ਸੋ ਇਸ ਵਾਸਤੇ ਸਾਨੂੰ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਜਿਹੜਾ ਸਾਧ ਸੰਗਤ ਜੀ ਸ਼ੁਕਰ ਕਰਨਾ ਚਾਹੀਦਾ, ਅਤੇ ਜਿਹੜੀ ਨਹੀਂ ਮਿਲੀ ਉਹਦਾ ਸਬਰ ਕਰਨਾ ਚਾਹੀਦਾ, ਅਰਦਾਸ ਬੇਨਤੀ ਕਰਨੀ ਚਾਹੀਦੀ ਹੈ, ਉਹ ਵੀ ਮਿਲ ਜਾਵੇਗੀ। ਸੋ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ, ਉਹਦਾ ਕੋਈ ਵੀ ਆਦ ਅੰਤ ਨਹੀਂ। ਮਨ ਸਮਝਾਵਨ ਕਾਰਨੇ ਕਛੂ ਕਪੜੀਏ ਗਾਨ। ਇਹ ਥੋੜ੍ਹੀ ਜਿਹੀ ਵਿਚਾਰ ਚਰਚਾ ਸਰਬੱਤ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤਾਂ ਜੋ ਸਾਡੀ ਇਹ ਗੱਲ ਸਮਝ ਵਿੱਚ ਆ ਜਾਵੇ। ਬਾਕੀ ਇਸ ਤੋਂ ਜਿਹੜੀਆਂ ਅਗਲੀਆਂ ਵਿਚਾਰਾਂ ਨੇ ਉਹ ਹੁਣ ਆਪਾਂ ਦੂਜੇ ਭਾਗ ਦੇ ਵਿੱਚ ਵਿਚਾਰ ਚਰਚਾ ਕਰਾਂਗੇ। ਜਿਹੜੀਆਂ ਵਿਚਾਰਾਂ ਰਹਿ ਗਈਆਂ ਇਸ ਤੋਂ ਅੱਗੇ ਹੋਰ ਚੀਜ਼ਾਂ ਬੜੀਆਂ ਨੇ, ਜਿਵੇਂ ਕਿ ਰੱਬ ਨੇ ਦੁਨੀਆ ਕਿਉਂ ਬਣਾਈ, ਇਹ ਵੀ ਇੱਕ ਸਵਾਲ ਆ। ਦੁਨੀਆ ਬਣਾਉਣ ਪਿੱਛੇ ਰੱਬ ਦਾ ਕੀ ਮਕਸਦ ਹੈ, ਸਾਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਰੱਬ ਦਾ ਕਾਨੂੰਨ ਕੀ ਹੈ। ਸੋ ਇਹ ਬਹੁਤ ਸਾਰੇ ਸਵਾਲ ਆ ਜਿਨ੍ਹਾਂ ਦੇ ਉੱਤੇ ਹਾਲੇ ਆਪਾਂ ਵਿਚਾਰ ਚਰਚਾ ਕਰਨੀ ਬਾਕੀ ਹੈ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ। ਗੁਰਮਤਿ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਵੀ ਹੋ ਜਾਂਦੀਆਂ। ਕੋਈ ਬੰਦਾ ਜਿਹੜਾ ਸਮਰੱਥ ਨਹੀਂ ਹੈ, ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਜੋ ਆਪਾਂ ਗੱਲ ਕਰ ਦਿੱਤੀ ਜਾਂ ਕਹਿ ਦਿੱਤੀ ਇਸ ਤੋਂ ਅੱਗੇ ਨਹੀਂ, ਕਿਉਂਕਿ ਦੁਨੀਆ ਆਪਣੇ ਤੋਂ ਸ਼ੁਰੂ ਆ, ਆਪਣੇ 'ਤੇ ਖਤਮ ਨਹੀਂ। ਗੁਰੂ ਸਾਹਿਬ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਹੋਏ ਤੇਤੀ। ਜਿੰਨੀ ਕਿਸੇ ਨੂੰ ਵਾਹਿਗੁਰੂ ਪਰਮੇਸ਼ਰ ਨੇ ਮੱਤ ਬੁੱਧ ਬਖਸ਼ੀ ਹੈ, ਉਹਦੇ ਅਨੁਸਾਰ ਹਰ ਬੰਦਾ ਹੀ ਵਿਚਾਰ ਕਰਦਾ ਹੈ, ਚਰਚਾ ਕਰਦਾ ਹੈ, ਵਿਆਖਿਆ ਕਰਦਾ, ਅਰਥ ਭਾਵ ਜੋ ਵੀ ਕਰਦਾ ਹੈ ਉਹ ਜੋ ਵਾਹਿਗੁਰੂ ਕਿਸੇ ਦੀ ਕਿਰਪਾ ਕਰਦਾ। ਸਭਨਾ ਜੀਆਂ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਘਨੇਰੀ। ਇਸੇ ਵਾਸਤੇ ਜਿਵੇਂ ਪੰਛੀ ਆਕਾਸ਼ ਦੇ ਵਿੱਚ ਉੱਡ ਕੇ ਆਕਾਸ਼ ਦਾ ਆਨੰਦ ਤੇ ਮਾਣ ਸਕਦਾ ਪਰ ਉਹਦਾ ਅੰਤ ਨਹੀਂ ਪਾ ਸਕਦਾ, ਇਸੇ ਤਰ੍ਹਾਂ ਜਿਹੜੀ ਮਛਲੀ ਹੈ ਉਹ ਪਾਣੀ ਦੇ ਵਿੱਚ ਰਹਿੰਦੀ ਹੈ, ਜਲ ਦੇ ਵਿੱਚ ਰਹਿੰਦੀ ਹੈ। ਉਹ ਜਲ ਦੇ ਵਿੱਚ ਰਹਿ ਕੇ, ਸਮੁੰਦਰ ਦੇ ਵਿੱਚ ਰਹਿ ਕੇ ਉਹਦਾ ਆਨੰਦ ਤਾਂ ਲੈ ਸਕਦੀ ਪਰ ਉਹਦਾ ਅੰਤ ਨਹੀਂ ਪਾ ਸਕਦੀ। ਇਸੇ ਤਰ੍ਹਾਂ ਕੋਈ ਵੀ ਜੀਵ ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਦਾ ਭਜਨ ਬੰਦਗੀ ਕਰਕੇ ਉਹਦਾ ਆਨੰਦ ਦਾ, ਉਹਦੀਆਂ ਦਾਤਾਂ ਦਾ ਆਨੰਦ ਤਾਂ ਲੈ ਸਕਦਾ ਪਰ ਸਾਧ ਸੰਗਤ ਜੀ ਉਹਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਇਸੇ ਕਰਕੇ ਮਹਾਰਾਜ ਨੇ ਕਿਹਾ ਕਿ ਅੰਤ ਕੋ ਚਾਹਣ ਜੋ ਗਏ ਸੋ ਆਏ ਅਨੰਤ ਗਵਾਏ। ਸੋ ਅੱਜ ਦੀ ਵਿਚਾਰ ਆਪਾਂ ਇੱਥੇ ਸੰਕੋਚਦੇ ਹਾਂ। ਸੋ ਅਗਲੀਆਂ ਜਿਹੜੀਆਂ ਵਿਚਾਰਾਂ ਨੇ ਉਹ ਹੁਣ ਦੂਜੇ ਭਾਗ ਦੇ ਵਿੱਚ ਕਰਾਂਗੇ। ਸੋ ਜਿਨ੍ਹਾਂ ਨੇ ਹਾਲੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਕਿਸੇ ਦਾ ਭਲਾ ਹੋ ਜਾਵੇ। ਇਸ ਵਾਸਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਸਾਰੇ ਗੱਜ ਕੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।